ਹਾਜ਼ਰੀਨ ਮੁਅੱਜ਼ਜ਼ ਅਫਰਾਦ ਉਡਾਨ ਇੰਸਟੀਚਿਊਟ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਖੈਰ ਮਕਦਮ ਹੈ। ਆਪਾਂ ਕੱਲ ਡਿਸਕਸ ਕਰ ਰਹੇ ਸੀਗੇ ਗੁਰਮਤ ਸਾਹਿਤ ਦੇ ਕੰਟੈਕਸਟ ਦੇ ਵਿੱਚ ਗੁਰਮਤ ਜਿਹੜੀ ਹੈਗੀ ਆ ਜਿਹੜਾ ਸਾਡਾ ਵਾਗਮਿਆ ਹੈ ਉਹਦੇ ਸੰਦਰਭ ਦੇ ਵਿੱਚ ਕੱਲ ਆਪਾਂ ਚਰਚਾ ਕਰ ਰਹੇ ਸੀਗੇ। ਕੱਲ ਅਸੀਂ 25 ਕੁਐਸਚਨ ਡਿਸਕਸ ਕਰ ਲਏ ਸੀ, 50 ਕੁਐਸਚਨ ਬਣਾਏ ਸੀ ਟੋਟਲ ਆਪਾਂ, ਔਰ 25 ਉਹਦੇ ਵਿੱਚ ਡਿਸਕਸ ਕਰ ਲਏ ਸੀਗੇ, ਔਰ ਉਸ ਤੋਂ ਅਗਲੇ ਜਿਹੜੇ 25 ਹੈਗੇ ਨੇ ਅੱਜ ਅਸੀਂ ਡਿਸਕਸ ਕਰਾਂਗੇ ਉਸ ਸੰਬੰਧ ਦੇ ਵਿੱਚ। ਤੋ ਇੱਥੇ ਸਾਡੇ ਕੋਲ ਕੁਐਸਚਨ ਜਿਹੜਾ ਹੈਗਾ ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਰਚਨਾ ਕੀਤੀ, ਉਹਨਾਂ ਦੀ ਬਾਣੀ ਹੈਗੀ ਹੈ ਜਿਹੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਟੋਟਲ ਕਿੰਨੇ ਰਾਗਾਂ ਦੇ ਵਿੱਚ ਜਿਹੜੀ ਆ ਉਹ ਮਿਲਦੀ ਹੈਗੀ ਆ। ਸਾਡੇ ਕੋਲ ਇੱਥੇ 4 ਆਪਸ਼ਨਸ ਨੇ 29, 32, 21 ਜਾਂ 19। ਪਹਿਲੀ ਗੱਲ ਤਾਂ ਇੱਥੇ ਜਿਹੜਾ ਹੈਗਾ 32 ਵਾਲਾ ਤਾਂ ਕੰਮ ਹੀ ਨਹੀਂ ਹੈਗਾ ਕਿਉਂਕਿ ਰਾਗ 31 ਨੇ, 32 ਰਾਗ ਨਹੀਂ ਹੈਗੇ। ਸਾਡੇ ਕੋਲ ਆਪਸ਼ਨਸ ਰਹਿ ਗਈਆਂ 3। ਤੇ ਜੇ ਦੇਖਿਆ ਜਾਵੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਿਨਾਂ ਜਿਹੜੀ ਹੈਗੀ ਆ ਗੁਰੂ ਰਾਮਦਾਸ ਜੀ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਬਾਣੀ ਦੀ ਰਚਨਾ ਕੀਤੀ। ਤੋ ਗੁਰੂ ਰਾਮਦਾਸ ਜੀ ਮਹਾਰਾਜ ਦੀ ਜਿਹੜੀ ਟੋਟਲ ਬਾਣੀ ਹੈਗੀ ਆ ਉਹਦੇ ਵਿੱਚ ਜਿਹੜੇ ਉਹਨਾਂ ਨੇ 29 ਰਾਗ ਜਿਹੜੇ ਵਰਤੇ ਹੈਗੇ ਨੇ, ਉਹਨਾਂ ਦੀ ਬਾਣੀ ਹੈਗੀ ਆ ਉਹ 29 ਰਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਪੂਰੀ ਦੀ ਪੂਰੀ ਲਿਖੀ ਹੈ। 19 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ 21 ਰਾਗਾਂ 'ਚ ਕਿਸੇ ਭਗਤ ਦੀ ਜਾਂ ਕਿਸੇ ਗੁਰੂ ਦੀ ਬਾਣੀ ਨਹੀਂ ਹੈਗੀ। ਤੋ ਟੋਟਲ ਜਿਹੜੀ ਬਾਣੀ ਹੈ ਉਹ 29 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਾਣੀ ਦੀ ਰਚਨਾ ਕੀਤੀ ਹੈ। ਮੈਂ ਕੱਲ ਵੀ ਇਸ ਸੰਦਰਭ ਦੇ ਵਿੱਚ ਡਿਸਕਸ ਕੀਤੀ ਸੀਗੀ ਤੇ ਅੱਜ ਵੀ ਵਾਰ-ਵਾਰ ਮੇਰੇ ਕਹਿਣ ਦਾ ਭਾਵ ਇਹ ਹੁੰਦਾ ਕਿ ਅਸੀਂ ਜਿਹੜਾ ਹੈਗਾ ਉਸ ਵੇਲੇ ਦਾ ਜਿਹੜਾ ਉਹਨਾਂ ਦਾ ਦੇਖਿਆ ਜਾਵੇ ਕਿ ਗੁਰੂ ਸਾਹਿਬਾਨ ਰਾਗ ਵਿਦਿਆ ਦੇ ਪੂਰਨ ਗਿਆਤਾ ਸੀ। ਮੈਂ ਕਈ ਵਾਰ ਅਸੀਂ ਡਿਸਕਸ ਕਰਦੇ ਹੁੰਦੇ ਆ, ਤੁਸੀਂ ਕੋਈ ਵੀ ਫੀਲਡ ਲੈ ਲਓ, ਹਾਲਾਂਕਿ ਇੱਥੇ ਮੇਰਾ ਪਰਪਸ ਕਿਸੇ ਧਰਮ ਨੂੰ ਕੋਈ ਨੀਵਾਂ ਦਿਖਾਉਣਾ ਜਾਂ ਕਿਸੇ ਨੂੰ ਇਹ ਨਹੀਂ ਹੈਗਾ, ਤੁਸੀਂ ਕਿਤੇ ਵੀ ਡਿਸਕਸ ਕਰ ਲਓ ਕਿ ਕੋਈ ਵੀ ਫੀਲਡ ਲੈ ਲਓ, ਖਾਸ ਕਰਕੇ ਸਿੱਖੀਜ਼ਮ ਦੇ ਵਿੱਚੋਂ ਮੈਂ ਗੱਲ ਕਰਾਂ। ਤੋ ਇਹਦੇ ਵਿੱਚ ਅਸੀਂ ਜੇ ਗੁਰੂ ਸਾਹਿਬਾਨ ਦੀ ਗੱਲ ਕਰੀਏ ਤੇ ਸਾਹਿਤ ਦਾ ਕੋਈ ਵੀ ਪਹਿਲੂ ਨਹੀਂ ਹੈਗਾ ਜਿੱਥੇ ਉਹਨਾਂ ਨੇ ਕਲਮ ਦੀ ਅਜ਼ਮਾਈ ਨਹੀਂ ਕੀਤੀ। ਸਾਹਿਤ ਦਾ ਕੋਈ ਵੀ ਅਜਿਹਾ ਪੱਖ ਨਹੀਂ ਹੈਗਾ ਲਿਟਰੇਚਰ ਦਾ ਜਿੱਥੇ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਕੇਂਦਰਿਤ ਨਹੀਂ ਰਿਹਾ। ਜੇਕਰ ਤੁਸੀਂ ਗੱਲ ਕਰੀਏ ਅਸੀਂ ਮਾਰਕਸਿਜ਼ਮ ਦੇ ਕੰਟੈਕਸਟ ਦੇ ਵਿੱਚ ਰੱਖ ਕੇ ਦੇਖਦੇ ਹਾਂ, ਜਿਹੜੀ ਗੱਲ ਮਾਰਕਸ ਕਹਿੰਦਾ ਉਹ ਗੁਰੂ ਸਾਹਿਬਾਨ ਨੇ ਵੀ ਕਹੀ ਹੈ, ਤੇ ਪਰ ਜੋ ਗੱਲ ਗੁਰੂ ਸਾਹਿਬਾਨ ਨੇ ਕਹੀ ਉਹ ਮਾਰਕਸ ਨਹੀਂ ਕਹਿੰਦਾ। ਗੁਰੂ ਸਾਹਿਬਾਨ ਨੇ ਸਰੀਰਕ ਲੋੜਾਂ ਦੇ ਨਾਲ ਨਾਲ, ਭੋਜਨ ਪਦਾਰਥਾਂ ਦੇ ਨਾਲ ਨਾਲ, ਭੌਤਿਕਤਾ ਦੇ ਨਾਲ ਨਾਲ ਜਿਹੜੀ ਹੈਗੀ ਹੈ ਉਹ ਅਸਥੂਲਤਾ ਦੀ ਗੱਲ ਵੀ ਕੀਤੀ ਹੈ, ਸੂਖਸ਼ਮਤਾ ਨੂੰ ਵੀ ਜਿਹੜਾ ਵਿਚਾਰਿਆ ਹੈ। ਤੋ ਇਸ ਕਰਕੇ ਜਿਹੜਾ ਹੈਗਾ ਗੁਰੂ ਸਾਹਿਬਾਨ ਦੀ ਪਕੜ ਜਿਹੜੀ ਹੈਗੀ ਉਹ ਬੜੀ ਗੰਭੀਰ ਹੈ, ਬੜੀ ਵਸੀਹ ਹੈ ਉਹਨਾਂ ਦੀ ਇਸ ਪੱਧਰ ਤੋਂ ਜਿਹੜਾ ਅਧਿਐਨ ਹੈਗਾ ਵਾ। ਤੋ ਸਾਡਾ ਅਗਲਾ ਜਿਹੜਾ ਹੈ ਉਹ ਪੁਆਇੰਟ ਹੈਗਾ ਗੁਰੂ ਰਾਮਦਾਸ ਜੀ ਲਾਵਾਂ ਦਾ ਪਾਠ ਕਿਸ ਰਾਗ ਵਿੱਚ ਰਚਿਆ। ਗੁਰੂ ਰਾਮਦਾਸ ਜੀ ਨੇ ਲਾਵਾਂ ਦਾ ਪਾਠ ਕਿਸ ਰਾਗ ਵਿੱਚ ਰਚਿਆ। ਹੁਣ ਸਾਰਿਆਂ ਨੂੰ ਪਤਾ ਹੀ ਹੈ ਕਿ ਲਾਵਾਂ ਦਾ ਜਿਹੜਾ ਆਨੰਦ ਕਾਰਜ ਦੇ ਸਮੇਂ ਜਿਹੜਾ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ ਇੱਕ ਪਾਠ ਕੀਤਾ ਜਾਂਦਾ ਹੈ, ਔਰ 4 ਉਹ ਲਾਵਾਂ ਹੁੰਦੀਆਂ ਨੇ, ਔਰ ਉਹਦੇ ਨਾਲ ਜਿਹੜਾ ਹੈਗਾ ਵਿਆਹ ਸੰਬੰਧ ਜਿਹੜਾ ਹੈਗਾ ਜਾਂ ਵਿਆਹ ਜੋ ਹੈਗਾ ਕਾਰਜ ਹੈ, ਆਨੰਦ ਕਾਰਜ ਜੀ ਦਾ ਨਾਂ ਦਿੱਤਾ ਗੁਰੂ ਮਹਾਰਾਜ ਨੇ ਉਸ ਰੀਤ ਨੂੰ, ਉਸ ਸ਼ਾਦੀ ਦੀ ਜਿਹੜੀ ਰੀਤ ਚੱਲੀ ਆ ਰਹੀ ਸੀਗੀ, ਤਾਂ ਉਹਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਹੈਗਾ ਮਹਾਰਾਜ ਨੇ। ਔਰ ਉਹਦੇ ਵਾਸਤੇ ਇੱਕ ਮਰਿਆਦਾ ਬਣਾ ਦਿੱਤੀ ਗਈ ਕਿ ਭਾਈ ਜਿਹੜੇ ਸਿੱਖ ਹੈਗੇ ਨੇ, ਸਿੱਖ ਧਰਮ ਨੂੰ ਮੰਨਣ ਵਾਲੇ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ 4 ਲਾਵਾਂ ਦਾ ਪਾਠ ਕਰਕੇ ਜਿਹੜਾ ਹੈਗਾ ਉਹ ਆਪਣੇ ਨਵੇਂ ਜੀਵਨ ਦੀ ਜਿਹੜੀ ਹੈਗੀ ਆ ਵਿਹੋਤਾ ਜੀਵਨ ਦੀ ਸ਼ੁਰੂਆਤ ਜਿਹੜੀ ਉਹ ਕਰਨਗੇ। ਤੋ ਉਹ ਬਾਣੀ ਆ ਜਿਹੜੀ ਰਚੀ ਗਈ ਹੈਗੀ ਆ ਉਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਹੈ, ਜਿਹਦੇ ਵਿੱਚ 4 ਲਾਵਾਂ ਦਾ ਪਾਠ ਕੀਤਾ ਜਾਂਦਾ। ਮੁੜ ਕੇ ਆਨੰਦ ਸਾਹਿਬ ਦੀਆਂ 5 ਪੌੜੀਆਂ ਦਾ ਪਾਠ ਹੁੰਦਾ ਹੈਗਾ, ਔਰ ਉਸ ਤੋਂ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਵਾਕ ਲਿਆ ਜਾਂਦਾ ਹੈ। ਤੋ ਇਸ ਪ੍ਰਕਾਰ ਜਿਹੜਾ ਇਹ ਸੰਪੰਨ ਹੁੰਦੀ ਹੈਗੀ ਰੀਤ ਹੁੰਦੀ ਹੈ ਜਿਹੜੀ। ਤੋ ਇਹ ਕਿਹੜਾ ਰਾਗ ਹੈ, ਉੱਥੇ ਰਾਗ ਪੁੱਛਿਆ ਗਿਆ ਸਾਡੇ ਕੋਲੋਂ ਕਿ ਕਿਹੜਾ ਰਾਗ ਹੈ। ਰਾਗ ਮਾਲਕੌਂਸ ਹੈਗਾ, ਰਾਗ ਆਸਾ ਹੈ, ਰਾਗ ਸੂਹੀ ਹੈ ਜਾਂ ਰਾਗ ਜੈਜਾਵੰਤੀ ਹੈ। ਤੋ ਇਹਦੇ ਵਿੱਚ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਜੈਜਾਵੰਤੀ ਰਾਗ ਨੂੰ ਕਿਸੇ ਗੁਰੂ ਸਾਹਿਬਾਨ ਨੇ ਨਹੀਂ ਵਰਤਿਆ ਗੁਰੂ ਤੇਗ ਬਹਾਦਰ ਜੀ ਤੋਂ ਸਿਵਾਏ। ਜੈਜਾਵੰਤੀ ਲਾਸਟ ਵਾਲਾ ਰਾਗ ਹੈਗਾ, ਇਸ ਰਾਗ ਨੂੰ ਇਕੱਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵਰਤਿਆ, ਹੋਰ ਕਿਸੇ ਗੁਰੂ ਸਾਹਿਬਾਨ ਨੇ ਨਹੀਂ ਵਰਤਿਆ ਹੈਗਾ ਇਸ ਰਾਗ ਨੂੰ, ਤੋ ਨਾ ਕਿਸੇ ਭਗਤ ਨੇ ਵਰਤਿਆ। ਤੋ ਇਹ ਜਿਹੜਾ ਹੈਗਾ ਰਾਗ ਮਾਲਕੌਂਸ ਵੀ ਨਹੀਂ ਵਰਤਿਆ ਮਹਾਰਾਜ ਨੇ, ਔਰ ਰਾਗ ਆਸਾ ਵੀ ਨਹੀਂ ਵਰਤਿਆ ਇਸ ਬਾਣੀ ਦਾ। ਹਾਲਾਂਕਿ ਉਹਨਾਂ ਨੇ ਵਰਤੇ ਨੇ ਸਾਰੇ ਰਾਗ, ਤੋ ਇਹ ਰਾਗ ਦੋਨੇ ਇਸ ਬਾਣੀ ਦੇ ਵਿੱਚ ਨਹੀਂ ਵਰਤੇ ਗਏ। ਤੋ ਇਹ ਜਿਹੜੀ ਬਾਣੀ ਹੈਗੀ ਆ ਇਹ ਰਾਗ ਸੂਹੀ ਦੇ ਵਿੱਚ ਲਿਖੀ ਗਈ ਹੈ। ਰਾਗ ਸੂਹੀ ਦੇ ਵਿੱਚ ਜਿਹੜੀ ਬਾਣੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਲਿਖੀ ਗਈ ਹੈਗੀ। ਇਸ ਕਰਕੇ ਅਸੀਂ ਜਿਹੜਾ ਸਾਡੀ ਆਪਸ਼ਨ ਹੈਗੀ ਆ ਉਹ ਤੀਜੀ ਨੂੰ ਟਿਕ ਕਰਾਂਗੇ ਇੱਥੇ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਗੁਰੂ ਸਾਹਿਬ ਨੇ ਕੀਤੀ? ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਜਦੋਂ ਸਾਰੀ ਬਾਣੀ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਇੱਕ ਥਾਂ ਦੇ ਉੱਪਰ ਕਿਸ ਗੁਰੂ ਸਾਹਿਬਾਨ ਨੇ ਬਾਣੀ ਨੂੰ ਇਕੱਤਰ ਕਰਾ ਕੇ ਜਿਹੜਾ ਸੀ ਲਿਖਵਾਇਆ ਸੀਗਾ? ਤੋ ਇੱਥੇ 4 ਆਪਸ਼ਨ ਨੇ ਸਾਡੇ ਕੋਲ, ਤੇ ਠੀਕ ਜਿਹੜੀ ਆਪਸ਼ਨ ਹੈਗੀ ਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੀ ਹੈ ਉਹ ਸੰਪਾਦਨਾ ਕੀਤੀ ਸੀਗੀ। ਇਹ ਕੁਐਸਚਨ ਜਿਹੜੇ ਹੈਗੇ ਨੇ ਤਕਰੀਬਨ ਤੋਂ ਤਕਰੀਬਨ ਸਟੂਡੈਂਟਸ ਨੂੰ ਪਤਾ ਹੁੰਦੇ ਨੇ। ਹਾਲਾਂਕਿ ਇਸ ਚੀਜ਼ ਹੈ ਕਿ 1604 ਦੇ ਵਿੱਚ ਕੀਤੀ ਸੀ, ਕਈ ਵਾਰ ਕੁਐਸਚਨ ਇਹ ਵੀ ਆ ਜਾਂਦਾ ਹੈ 1604 ਈਸਵੀ ਦੇ ਵਿੱਚ ਕੀਤੀ ਸੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜਾ ਉਹਦਾ ਲਿਖਣ ਦਾ ਕਾਰਜ ਸੀ ਉਹ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ ਸੀਗਾ। ਭਾਈ ਗੁਰਦਾਸ ਜੀ ਸੀਗੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਣ ਦੀ ਸੇਵਾ ਕੀਤੀ ਸੀ। ਔਰ ਜਿਹੜੇ ਪਹਿਲੇ ਗ੍ਰੰਥੀ ਸੀਗੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਕੀਤਾ ਉਹ ਬਾਬਾ ਬੁੱਢਾ ਜੀ ਸੀਗੇ। ਪਹਿਲੇ ਗ੍ਰੰਥੀ ਜਿਹੜੇ ਥਾਪੇ ਗਏ ਸੀ ਉਹ ਬਾਬਾ ਬੁੱਢਾ ਜੀ ਸੀ। ਔਰ ਜਿਹੜੇ ਉਹਨਾਂ ਦੀ ਸੰਪਾਦਨਾ ਜਿਹੜਾ ਸੰਪੂਰਨ ਕਾਰਜ ਜਿਹੜਾ 1604 ਦੇ ਵਿੱਚ ਹੋਇਆ ਸੀ ਭਾਈ ਗੁਰਦਾਸ ਜੀ ਦੁਆਰਾ ਲਿਖਿਆ ਗਿਆ ਸੀ, ਗੁਰੂ ਅਰਜਨ ਦੇਵ ਜੀ ਨੇ ਲਿਖਾਇਆ ਸੀਗਾ। ਔਰ ਇੱਕ ਚੀਜ਼ ਹੋਰ ਹੈਗੀ ਆ ਕਿ 1609 ਦੇ ਵਿੱਚ ਜਾ ਕਰਕੇ ਅੱਗੇ ਜਿਹੜਾ ਹੈਗਾ ਉਹ ਗੁਰੂ ਜਿਹੜੇ ਸਾਡੇ ਸਾਹਿਬਾਨ ਹੈਗੇ ਨੇ ਉਹ ਅਕਾਲ ਤਖਤ ਦੀ ਸਥਾਪਨਾ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਉਹ ਮੀਰੀ ਪੀਰੀ ਦੀ ਤਲਵਾਰ ਜਿਹੜੀਆਂ 2 ਤਲਵਾਰਾਂ ਧਾਰਨ ਕਰਦੇ ਹੈਗੇ ਨੇ। ਤੋ ਇੱਕ ਨਾ ਬੜੀ ਇੱਥੇ ਆਉਂਦੀ ਹੈਗੀ ਆ ਇਹਦੇ ਵਿੱਚ ਨਾ, ਜਦੋਂ ਅਸੀਂ ਇਹ ਜਿਹੜਾ ਸਿੱਖ ਧਰਮ ਦਾ ਜਿੰਨੀ ਸਾਨੂੰ ਜਾਣਕਾਰੀ ਅੱਜ ਤੱਕ ਮਿਲਦੀ ਹੈਗੀ ਆ, ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਸਟੂਡੈਂਟਸ ਨੇ ਕਿ ਸਿੱਖ ਧਰਮ ਦੀ ਤੁਹਾਨੂੰ ਜਾਣਕਾਰੀ ਕਿਹੜੇ ਗ੍ਰੰਥਾਂ ਤੋਂ ਮਿਲਦੀ ਹੈਗੀ ਹੈ ਮੂਲ ਰੂਪ ਦੇ ਵਿੱਚ। ਕਿਉਂਕਿ ਹੁਣ ਤੁਸੀਂ ਅੱਗੇ ਕਾਲਜਸ ਦੇ ਵਿੱਚ ਪੜ੍ਹਾਉਣਾ ਹੈਗਾ ਜਾਂ ਸਕੂਲਾਂ ਦੇ ਵਿੱਚ ਸਟੂਡੈਂਟਸ ਨੂੰ ਪੜ੍ਹਾਉਣਾ ਹੁੰਦਾ, ਕਿਉਂਕਿ ਭਾਸ਼ਾ ਜਿਹੜਾ ਸਿੱਖੀਜ਼ਮ ਹੈਗਾ ਜਾਂ ਗੁਰਮਤ ਹੈਗਾ ਹੈ ਇਹਦਾ ਸੰਬੰਧ ਇਤਿਹਾਸ ਨਾਲ ਹੈ, ਕਿਉਂਕਿ ਇਤਿਹਾਸ ਦੇ ਹੀ ਪੱਖ ਨੇ ਇਹ ਸਾਰੇ ਦੇ ਸਾਰੇ। ਲਿਟਰੇਚਰ ਦੇ ਤੌਰ ਦੇ ਉੱਪਰ, ਇੱਕ ਸਾਹਿਤ ਦੇ ਤੌਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਵੱਖਰੀ ਹੈ, ਪਰ ਮੂਲ ਰੂਪ ਦੇ ਵਿੱਚ ਇਹ ਵਿਸ਼ਾ ਜਿਹੜਾ ਹੈਗਾ ਉਹ ਇਤਿਹਾਸ ਦਾ ਹੀ ਇੱਕ ਪਾਰਟ ਹੈ। ਤਾਂ ਸਿੱਖ ਧਰਮ ਦੀ ਪਹਿਲੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ, ਸਿੱਖ ਧਰਮ ਦੇ ਸਾਡੇ ਕੋਲ 3 ਤਰ੍ਹਾਂ ਦੇ ਸੋਮੇ ਹੈਗੇ ਨੇ। ਇਸ ਚੀਜ਼ ਦੇ ਸੰਦਰਭ ਦੇ ਵਿੱਚ ਜੇ ਯਾਦ ਰੱਖਣਾ, ਮੈਨੂੰ ਇੱਥੋਂ ਤੱਕ ਮੇਰਾ ਕਹਿਣ ਦਾ ਭਾਵ ਇੱਥੇ ਇਹ ਸੀਗਾ ਕਿ ਸਾਨੂੰ ਇਸ ਚੀਜ਼ ਦਾ ਪਤਾ ਹੋਵੇ। ਪਹਿਲਾਂ ਤਾਂ ਜਿਹੜੇ ਸੋਮੇ ਨੇ ਉਹ ਪੰਜਾਬੀ ਦੇ ਨੇ, ਪੰਜਾਬੀ ਸ਼ੁੱਧ ਉਹ ਪੰਜਾਬੀ ਨਹੀਂ, ਇਹਦੇ ਵਿੱਚ ਜਿਹੜੀ ਹੈਗੀ ਆ ਬ੍ਰਿਜ ਭਾਸ਼ਾ ਹੈ, ਸੰਦੂਕੜੀ ਆ, ਸੰਤ ਭਾਸ਼ਾ ਦੇ ਵਿੱਚ ਜਿੰਨੇ ਵੀ ਉਸ ਵੇਲੇ ਦੇ ਬੰਦੇ ਵਿਦਵਾਨ ਰਹੇ ਨੇ ਪਹਿਲੇ ਪੰਜਾਬੀ ਦੇ ਨੇ। ਸੈਕੰਡ ਮੈਂ ਗੱਲ ਕਰਾਂ ਉਹ ਹੈਗੇ ਨੇ ਫਾਰਸੀ ਦੇ, ਸੈਕੰਡ ਫਾਰਸੀ ਸੋਰਸਸ ਨੇ। ਔਰ ਜਿਹੜੇ ਥਰਡ ਨੇ ਉਹ ਹੈਗੇ ਨੇ ਅੰਗਰੇਜ਼ੀ ਦੇ। ਉਹ ਕਾਹਦੇ ਨੇ? ਅੰਗਰੇਜ਼ੀ ਦੇ। 4 ਕਿਸਮ ਦੇ ਸੋਮੇ ਸਿੱਖ ਧਰਮ ਦੇ ਵਾਸਤੇ ਸਾਨੂੰ ਜਾਣਕਾਰੀ ਜਿਹੜੀ ਹੈਗੀ ਉਹ ਮੁਹੱਈਆ ਕਰਵਾਉਂਦੇ ਹੈਗੇ ਨੇ। ਤੋਂ ਪਹਿਲੀ ਕਿਸਮ ਦੇ ਵਿੱਚ ਆ ਜਾਂਦੇ ਨੇ ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਆ ਗਿਆ, ਸਰੂਪਦਾਸ ਭੱਲੇ ਦਾ ਮਹਿਮਾ ਪ੍ਰਕਾਸ਼ ਆ ਗਿਆ, ਉਸ ਤੋਂ ਬਾਅਦ ਦੇ ਵਿੱਚ ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਆ ਗਿਆ, ਕੇਸਰ ਸਿੰਘ ਛਿੱਬਰ ਦਾ ਬੰਸਾਵਲੀਨਾਮਾ ਆ ਗਿਆ, ਅਕਾਲੀ ਕੌਰ ਸਿੰਘ ਦਾ ਜਿਹੜਾ ਹੈਗਾ ਰਹਿਤਨਾਮਾ ਆ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਗੁਰਬਿਲਾਸ ਪਾਤਸ਼ਾਹੀ 6ਵੀਂ, ਰਹਿਤਨਾਮਾ ਕਹਿ ਗਿਆ ਮੈਂ, ਅਕਾਲੀ ਕੌਰ ਸਿੰਘ ਦਾ ਗੁਰਬਿਲਾਸ ਪਾਤਸ਼ਾਹੀ 6ਵੀਂ। ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਦੀ ਤਵਾਰੀਖ ਗੁਰੂ ਖਾਲਸਾ ਹੈ। ਤੋ ਇਹ ਸੋਮੇ ਜਿਹੜੇ ਹੈਗੇ ਨੇ, ਇਹਨਾਂ ਸੋਮਿਆਂ ਤੋਂ ਸਾਨੂੰ ਪੂਰਨ ਤੌਰ ਦੇ ਉੱਪਰ ਜਿਹੜੀ ਸਿੱਖ ਧਰਮ ਬਾਰੇ ਜਿਹੜੀ ਜਾਣਕਾਰੀ ਹੈਗੀ ਆ ਉਹ ਮਿਲਦੀ ਹੈਗੀ ਆ। ਇਹਨਾਂ ਦੇ ਵਿੱਚ ਕੀ ਕੀਤਾ ਗਿਆ ਹੈਗਾ ਕਿ ਕੁਝ ਕੰਟਰੋਵਰਸੀ ਵੀ ਪਾਈ ਜਾਂਦੀ ਹੈ, ਕੁਝ ਇਹਨਾਂ ਦੇ ਵਿੱਚ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਜੋ ਸਿੱਖ ਮਾਨਤਾਵਾਂ ਦੇ ਉਲਟ ਨੇ। ਮੈਂ ਇੱਥੇ ਇਸ ਵਿਸ਼ੇ ਦੇ ਵਿੱਚ ਨਹੀਂ ਆਉਂਦਾ, ਮੇਰਾ ਜਸਟ ਤੁਹਾਨੂੰ ਸਮਝਾਉਣ ਦਾ ਹੀ ਸੀਗਾ ਕਿ ਤੁਸੀਂ ਇਹਨਾਂ ਦੇ ਸੰਦਰਭ ਦੇ ਵਿੱਚ ਕਿੱਥੋਂ ਜਾਣਕਾਰੀ ਲੈ ਸਕਦੇ ਹੋ ਗੁਰੂ ਸਾਹਿਬਾਨ ਦੇ ਜਾਂ ਸਿੱਖੀਜ਼ਮ ਦੇ। ਤੋ ਦੂਸਰੇ ਸੋਮੇ ਜਿਹੜੇ ਹੈਗੇ ਨੇ ਉਹ ਫਾਰਸੀ ਦੇ ਨੇ, ਜਿਹਦੇ ਵਿੱਚ ਹੈਗਾ ਮਾਸਰੇ ਆਲਮਗੀਰੀ ਹੈ, ਮੁੰਤਖਬ ਉਲ ਲਬਾਬ ਹੈ, ਅਸਰਾਰ ਸਮਦੀ ਹੈ, ਉਸ ਤੋਂ ਬਾਅਦ ਦੇ ਵਿੱਚ ਦਬਸਤਾਨ ਮਜ਼ਾਹਿਬ ਹੈ, ਗੁਲਬਦਨ ਆਪਣਾ ਅਕਬਰਨਾਮਾ ਹੈ, ਆਇਨ ਅਕਬਰੀ ਜੀ ਨੂੰ ਕਿਹਾ ਗਿਆ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਹੈਗਾ ਇੱਕ ਗ੍ਰੰਥ ਹੋਰ ਹੈਗਾ ਖੁਲਾਸਤੋ ਤਵਾਰੀਖ ਹੈ ਸੁਜਾਨ ਰਾਏ ਭੰਡਾਰੀ ਦੀ। ਤੋ ਗੁਲਸ਼ਨ ਪੰਜਾਬ ਹੈ ਆਪਣੇ ਦਾ ਪੰਡਤ ਦੇਵੀ ਪ੍ਰਸਾਦ ਦਾ। ਉਸ ਤੋਂ ਬਾਅਦ ਦੇ ਵਿੱਚ ਦੀਵਾਨ ਮਿਸਰ ਦੀਨਾਨਾਥ ਦਾ ਜਿਹੜਾ ਹੈਗਾ ਉਹ ਜ਼ਫਰਨਾਮਾ ਏ ਰਣਜੀਤ ਸਿੰਘ ਤੇ ਜ਼ਫਰਨਾਮਾ ਏ ਪੰਜਾਬ ਹੈ। ਇਹਨਾਂ ਗ੍ਰੰਥਾਂ ਦੇ ਵਿੱਚ ਜਿਹੜਾ ਹੈਗਾ ਹੈ ਜਾਣਕਾਰੀ ਮਿਲਦੀ ਤਾਂ ਹੈਗੀ ਆ, ਪਰ ਇਹਨਾਂ ਨੇ ਜਿਹੜਾ ਆਪਣਾ ਜਿਵੇਂ ਖਾਫੀ ਖਾਂ ਹੋ ਗਿਆ, ਮੁਖਲਿਸ ਖਾਂ ਹੈਗਾ, ਫਰਿਸ਼ਤਾ ਹੈਗਾ, ਅਸਰਾਰ ਸਮਦੀ ਦਾ ਤਾਂ ਲੇਖਕ ਦਾ ਨਾਂ ਨਹੀਂ ਪਤਾ ਕਿ ਕੌਣ ਆ ਉਹ, ਇਨਾਮ ਲੇਖਕੀ ਉਹ। ਤੋਂ ਉਸ ਤੋਂ ਬਾਅਦ ਦੇ ਵਿੱਚ ਸਾਕੀ ਮੁਸਤਦ ਖਾਂ ਹੈਗਾ। ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਕੱਟੜਤਾ ਵਰਤੀ ਹੈਗੀ ਆ,
ਫਨਾਟਿਕ ਨੇ, ਫਨਾਟਿਜ਼ਮ ਦੇ ਪੱਖ ਤੋਂ ਇਹਨਾਂ ਨੇ ਸਿੱਖੀਜ਼ਮ ਨੂੰ ਜਿਹੜਾ ਐਕਸਪਲੇਨ ਕਰਨ ਦਾ ਯਤਨ ਕੀਤਾ। ਹਾਲਾਂਕਿ ਇਹ ਸਿੱਖਾਂ ਵਾਸਤੇ ਜਿਹੜੇ ਸ਼ਬਦ ਵਰਤਦੇ ਨੇ ਉਹ ਤ੍ਰਿਘਾਰੇ ਹੋਏ, ਉਹ ਕੀ ਹੈਗਾ ਕਿ ਉਹ ਜਿਹੜੇ ਨੀਚ ਲੋਕ, ਉਹ ਸਿੱਖਾਂ ਵਾਸਤੇ ਸਗ, ਕਿਉਂਕਿ ਸਗ ਫਾਰਸੀ ਦੇ ਵਿੱਚ ਕੁੱਤੇ ਨੂੰ ਕਹਿੰਦੇ ਨੇ, ਸਗ ਸ਼ਬਦ ਵਰਤਦੇ ਨੇ, ਇਹੋ ਜਿਹੇ ਸ਼ਬਦਾਂ ਦਾ ਇਹਨਾਂ ਨੇ ਇਸਤੇਮਾਲ ਕੀਤਾ ਹੈਗਾ। ਤੋ ਇਹਨਾਂ ਨੇ ਹੁਣ ਜੇ ਮੈਂ ਗੱਲ ਕਰਾਂ, ਅਸਰਾਰ ਸ਼ਮ ਦੀ ਬੜੀ ਛੋਟੀ ਜੀ ਕਿਤਾਬ ਹੈ ਇੱਕ, ਉਹਦੇ ਵਿੱਚ ਜਿਹੜਾ ਹੈਗਾ ਹੈ ਉਹਨੇ ਆਪਣੇ ਦਾ ਸਿੱਖਾਂ ਨੂੰ ਨੀਵਾਂ ਤੇ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਸ ਵੇਲੇ ਦੇ ਗਵਰਨਰ ਸੀਗਾ ਜਿਹੜਾ ਜ਼ਕਰੀਆ ਖਾਨ ਤੇ ਉਹਦਾ ਪਿਤਾ ਅਬਦੁਸ ਸਮਦ ਖਾਨ, ਅਸਰਾਰ ਸਮਦੀ, ਅਸਰਾਰ ਦਾ ਮਤਲਬ ਹੁੰਦਾ ਉਹਦੇ ਜੀਵਨ ਦੀਆਂ ਵੱਡੀਆਂ ਘਟਨਾਵਾਂ ਨੂੰ ਪ੍ਰਸਤੁਤ ਕਰਦਾ ਜਿਹੜਾ ਹੈਗਾ ਖੁਲਾਸਾ ਹੈਗਾ, ਜਾਂ ਤੁਸੀਂ ਕਹਿ ਲਓ ਜਾਂ ਮੰਤਕ ਤੈਰ ਕਹਿ ਲਓ, ਫਾਰਸੀ ਦੇ ਵਿੱਚ ਕਹਿ ਲਈਏ ਅਸੀਂ, ਤਾਂ ਅਸਰਾਰ ਹੈ ਉਹਦੇ ਜੀਵਨ ਦਾ ਪੂਰਾ, ਸਮਦ ਦਾ, ਅਬਦੁਸ ਸਮਦ ਖਾਨ ਦਾ, ਸਮਦ ਖਾਨ ਤੋਂ ਸਮਦੀ, ਸਮਦ ਖਾਨ ਤੋਂ ਬਣਿਆ ਅਬਦੁਸ ਸਮਦ ਖਾਨ। ਤੋਂ ਬੜਾ ਹੀ ਉਹ ਘਿਨਾਉਣਾ ਉਹਦਾ ਚਿਹਰਾ ਹੈਗਾ ਸਿੱਖੀਜ਼ਮ ਦੇ ਵਿੱਚ। ਤੋ ਉਸ ਬੰਦੇ ਦਾ ਜਿਹੜਾ ਉਹਦੇ ਵਿੱਚ ਡਿਸਕਸ ਕੀਤੀ ਗਈ ਹੈਗੀ ਹੈ। ਤੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਬੰਦਿਆਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਉੱਥੇ ਸਿੱਖਾਂ ਦੇ ਨਾਲੋਂ, ਇਸ ਕਰਕੇ ਇਹ ਜਿਹੜੇ ਸੋਮੇ ਹੈਗੇ ਨੇ ਇਹਨਾਂ ਦੇ ਵਿੱਚ ਇਹ ਕੰਟਰੋਵਰਸੀ ਪਾਈ ਜਾਂਦੀ। ਦੂਜੀ ਗੱਲ ਇਹ ਕਿ ਜਦੋਂ ਇਹਨਾਂ ਦੀ ਟਰਾਂਸਲੇਸ਼ਨ ਹੁੰਦੀ ਹੈਗੀ ਹੈ, ਮੰਨ ਕੇ ਚੱਲੋ, ਜਾਂ ਇਹਨਾਂ ਦਾ ਕੋਈ ਤਰਜਮਾ ਹੁੰਦਾ ਹੈਗਾ ਇਹੋ ਜਿਹੇ ਸੋਮਿਆਂ ਦਾ, ਉੱਥੇ ਵੀ ਟਪਲੇ ਲੱਗਦੇ ਨੇ। ਟਪਲੇ ਕਿੱਥੇ ਲੱਗਦੇ ਨੇ? ਇੱਕ ਦਬਸਤਾਨ ਮਜ਼ਾਹਿਬ ਦੀ ਟਰਾਂਸਲੇਸ਼ਨ ਕੀਤੀ, ਉਹਦੀ ਇੱਕ ਆਇਤ ਹੈ, ਇੱਕ ਆਇਤ ਹੈ ਉਹਦੀ, ਗੁਰੂ ਹਰਗੋਬਿੰਦ ਪਿਦਰਸੇ ਖਿਲਾਫੇ ਹਥਿਆਰ ਬਸਤਾ। ਹੁਣ ਸਿੱਧਾ ਹੂ ਬਹੂ ਉਹਦੀ ਟਰਾਂਸਲੇਸ਼ਨ ਕੀਤੀ ਹੈ, ਉਹਦੀ ਜਿਹੜੀ ਟਰਾਂਸਲੇਸ਼ਨ ਕਰਨ ਵਾਲਾ ਹੈਗਾ ਡਾਕਟਰ ਫਰਥ ਹੈ, ਮੁਹੰਮਦੀਆ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਫਾਰਸੀ ਦਾ। ਟਰਾਂਸਲੇਸ਼ਨ ਅੰਗਰੇਜ਼ੀ ਦੇ ਵਿੱਚ ਕੀਤੀ ਹੈ ਤੇ ਜਿਹਦਾ ਮਾਇਨਾ ਕੱਢਿਆ ਹੈ ਗੁਰੂ ਹਰਗੋਬਿੰਦ ਪਿਦਰਸੇ ਖਿਲਾਫੇ ਹਥਿਆਰ ਬਸਤਾ। ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਵਿਰੁੱਧ ਹਥਿਆਰ ਚੱਕ ਲਏ। ਹਾਲਾਂਕਿ ਲਾਈਨ ਦੀ ਹੂ ਬਹੂ ਜਿਹੜਾ ਤਰਜਮਾ ਉਹ ਇਹੀ ਬਣਦਾ ਹੈ ਕਿ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਵਿਰੁੱਧ ਹਥਿਆਰਾਂ ਨੂੰ ਚੱਕ ਲਿਆ। ਪਰ ਗੁਰੂ ਹਰਗੋਬਿੰਦ ਨੇ ਹਥਿਆਰ ਚੱਕੇ ਸੀਗੇ, ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਕਿ ਉਹ ਜਿਹੜਾ ਅਕਾਲ ਤਖਤ ਦੀ ਸਥਾਪਨਾ ਹੋਈ ਸੀ, ਹਥਿਆਰ ਹੀ ਚੱਕੇ ਸੀ ਉਹਨਾਂ ਨੇ ਉਸ ਵੇਲੇ। ਪਰ ਹਥਿਆਰ ਚੱਕੇ ਜ਼ਰੂਰ ਸੀ, ਪਰ ਪਿਤਾ ਦੀ ਨਰਮ ਨੀਤੀ ਦੇ ਵਿਰੁੱਧ, ਪਿਤਾ ਦੇ ਵਿਰੁੱਧ ਨਹੀਂ ਸੀ ਚੱਕੇ, ਉੱਥੇ ਉਹਨਾਂ ਦੀ ਨਰਮ ਨੀਤੀ ਦੇ ਵਿਰੁੱਧ ਚੱਕੇ ਸੀ ਗੁਰੂ ਹਰਗੋਬਿੰਦ ਨੇ। ਸੋ ਇਸ ਕਰਕੇ ਇਹਨਾਂ ਸੋਮਿਆਂ ਦੇ ਵਿੱਚ ਜਿਹੜਾ ਹੈਗਾ ਉਹ ਇਹੋ ਜਿਹੀਆਂ ਚੀਜ਼ਾਂ ਸਾਨੂੰ ਮਿਲਦੀਆਂ ਹੈਗੀਆਂ। ਤੀਜੀ ਕਿਸਮ ਦੇ ਜਿਹੜੇ ਗ੍ਰੰਥ ਹੈਗੇ ਨੇ ਉਹ ਹੈਗੇ ਨੇ ਅੰਗਰੇਜ਼ੀ ਦੇ ਵਿੱਚ, ਜਿਹਦੇ ਵਿੱਚ ਦ ਲੈਟਰਸ ਆਫ ਮੈਕਗ੍ਰੇਗਰ, ਫਿਰ ਉਸ ਤੋਂ ਬਾਅਦ ਦੇ ਵਿੱਚ ਦਾ ਹਿਸਟਰੀ ਆਫ ਸਿੱਖਜ ਕਨਿੰਗਮ ਦੀ, ਫਿਰ ਆਰਥਰ ਮੈਕਾਲਿਫ ਦੀ ਹਿਸਟਰੀ ਆਫ ਸਿੱਖਜ 2 ਵੋਲਿਊਮ ਆ ਜਾਂਦੇ ਨੇ। ਉਸ ਤੋਂ ਬਾਅਦ ਦੇ ਵਿੱਚ ਫਿਰ ਮੈਕਡੋਨਲ ਦੀ ਆ ਜਾਂਦੀ ਹੈਗੀ ਹੈ ਹਿਸਟਰੀ ਆਫ ਦਾ ਪੰਜਾਬ। ਇਹੋ ਜਿਹੀਆਂ ਗ੍ਰੰਥ ਜਿਹੜੇ ਹੈਗੇ ਨੇ ਇਹਨਾਂ ਨੂੰ ਸਾਡੇ ਧਰਮ ਦੇ, ਸਾਡੇ ਸੱਭਿਆਚਾਰ ਦੀ, ਸਾਡੀ ਰਾਜਨੀਤੀ ਦੇ ਸੰਦਰਭ ਦੇ ਵਿੱਚ ਕੋਈ ਵੀ ਜ਼ਿਆਦਾ ਪਤਾ ਨਹੀਂ। ਇਹਨਾਂ ਨੇ ਆਪਣੇ ਪੱਧਰ ਤੋਂ ਸਿੱਖ ਧਰਮ ਨੂੰ ਜਿਹੜਾ ਹੈਗਾ ਉਹ ਐਕਸਪਲੇਨ ਕੀਤਾ ਹੈ। ਇਹਨਾਂ ਵਿੱਚ ਵੀ ਕਾਫੀ ਊਣਤਾਈਆਂ ਪਾਈਆਂ ਜਾਂਦੀਆਂ ਨੇ। ਜੇ ਤੁਸੀਂ ਸਿੱਖ ਦਰਬਾਰ ਦੀ ਗੱਲ ਕਰੀਏ ਤਾਂ ਮੈਂ ਇੱਥੇ ਐਕਸਪਲੇਨ ਨਹੀਂ ਕਰਦਾਗਾ, ਮੈਕਗ੍ਰੇਗਰ ਦਾ ਦ ਮੈਮੋਰੀਜ਼ ਆਫ ਮੈਕਗ੍ਰੇਗਰ, ਉਹਦੇ ਲੈਟਰ ਨੇ ਉਹਦੇ ਮੈਕਗ੍ਰੇਗਰ ਦੇ, ਉਹਨੇ ਇਹੋ ਜਿਹੀਆਂ ਉਂਝਾਂ ਮਹਾਰਾਣੀ ਜਿੰਦਾਂ ਦੇ ਉੱਤੇ ਲਾਈਆਂ ਜਿਹੜੀਆਂ ਮੈਂ ਕਲਾਸ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦਾ ਇੱਥੇ। ਤਾਂ ਇਹੋ ਜਿਹਾ ਇਹਨਾਂ ਨੇ ਆਪਣੇ ਪੱਧਰ ਤੋਂ ਹੀ ਵਿਚਾਰਿਆ ਹੈਗਾ। ਤਾਂ 3 ਪ੍ਰਕਾਰ ਦੇ ਸੋਮਿਆਂ ਤੋਂ ਤੁਹਾਨੂੰ ਸਿੱਖ ਧਰਮ ਬਾਰੇ ਜਿਹੜੀ ਹੈਗੀ ਉਹ ਜਾਣਕਾਰੀ ਮਿਲਦੀ ਹੈ। ਖਾਸ ਕਰਕੇ ਪੰਜਾਬੀ ਦੇ ਤੁਸੀਂ ਯਾਦ ਰੱਖਣੇ ਨੇ, ਇਹਨਾਂ ਦੇ ਨਾਂ ਜਿਹੜੇ ਮੈਂ ਤੁਹਾਨੂੰ ਦੱਸੇ ਹੈਗੇ ਨੇ, ਇਹਨਾਂ ਨੂੰ ਯਾਦ ਰੱਖਣਾ ਹੈ ਔਰ ਇਹਨਾਂ ਦੇ ਵਿੱਚੋਂ ਤੁਸੀਂ ਸਿੱਖ ਧਰਮ ਬਾਰੇ ਪਤਾ ਕਰਦੇ ਹੈਗੇ ਹੋ। ਨੈਕਸਟ ਹੈ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਜਿਹੜੀ ਹੈਗੀ ਆ ਉਹ ਰਚੀ ਹੈ? ਤੋ ਇਹਦਾ ਆਨਸਰ ਹੈਗਾ 30 ਰਾਗਾਂ ਵਿੱਚ। ਕੱਲਾ ਗੁਰੂ ਸਾਹਿਬ ਨੇ ਜੈਜਾਵੰਤੀ ਰਾਗ ਛੱਡਿਆ ਹੈ। ਜੈਜਾਵੰਤੀ ਰਾਗ ਨੂੰ ਛੱਡ ਕੇ ਬਾਕੀ ਦੇ ਸਾਰੇ ਦੇ ਸਾਰੇ 30 ਰਾਗ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਵਿੱਚ ਬਾਣੀ ਜਿਹੜੀ ਆਪਣੀ ਉਹ ਰਚੀ ਹੈਗੀ ਆ। ਗੁਰੂ ਅਰਜਨ ਦੇਵ ਜੀ ਦਾ ਸ਼ਾਹਕਾਰ ਪ੍ਰਬੰਧ ਕਾਵ ਹੈ, ਤੋ ਕਿਹੜਾ ਹੈ? ਸ਼ਲੋਕ ਸਹਸਕ੍ਰਿਤੀ ਹੈਗੀ ਆ, ਗਾਥਾ ਹੈ, ਜਾਂ ਫੁਨਹੇ ਹੈ, ਜਾਂ ਸੁਖਮਣੀ ਸਾਹਿਬ ਹੈ। ਤੋ ਇੱਥੇ ਜਿਹੜਾ ਸਾਡਾ ਆਨਸਰ ਹੈ ਇਹ ਤਿੰਨੇ ਹੀ ਉੱਪਰਲੇ ਪ੍ਰਬੰਧ ਕਾਵ ਜਾਂ ਮੁਕਤਕ ਕਾਵ ਦੇ ਲੱਛਣ ਨਹੀਂ ਰੱਖਦੇ ਹੈਗੇ, ਇਹ ਜਸਟ ਸ਼ਲੋਕ ਨੇ ਇਹਦੇ ਵਿੱਚ, ਇਹਨਾਂ ਵਿੱਚ। ਤੋ ਫੁਨਹੇ ਥੋੜਾ ਜਿਹਾ ਆਕਾਰ ਦੇ ਵਿੱਚ ਵੱਡਾ, ਦੂਜੇ ਛੋਟੇ ਗ੍ਰੰਥ ਹੈਗੇ ਨੇ ਸ਼ਲੋਕ ਨੇ। ਤੋ ਸਭ ਤੋਂ ਜਿਹੜੀ ਅਹਿਮ ਬਾਣੀ ਆ ਉਹ ਹੈ ਗੌੜੀ ਸੁਖਮਣੀ। ਕਿਹੜੀ ਹੈ? ਸੁਖਮਣੀ। ਸੁਖਮਣੀ ਜਿਹੜੀ ਹੈਗੀ ਆ ਮੂਲ ਰੂਪ ਦੇ ਵਿੱਚ ਇਹਦੇ ਵਿੱਚ ਜਿਹੜੀਆਂ 24 ਅਸ਼ਟਪਦੀਆਂ ਨੇ, 24 ਅਸ਼ਟਪਦੀਆਂ ਇਹਦੀਆਂ, ਔਰ ਹਰੇਕ ਅਸ਼ਟਪਦੀ ਦੇ ਜਿਹੜੇ ਅਸ਼ਟ ਦਾ ਅਰਥ ਹੁੰਦਾ 8 ਤੇ ਪਦੀ ਦਾ ਅਰਥ ਹੁੰਦਾ ਪਦੇ। ਹਰੇਕ ਅਸ਼ਟਪਦੀ ਦੇ ਵਿੱਚ 8 ਪਦੇ ਨੇ,
और हरेक अष्टपदी तो पहला एक श्लोक लिखा गया जिहदे विच संपूर्ण अष्टपदी की जिहड़ी हैगी आ वृत्ति की गई है, उन्होंने एक्सप्लेन किया गया हैगा, उहदा भाष्या कह लो तुसीं, उहदा तत्सार वो श्लोक दे विच पहला एक्सप्लेन किया गया और उस तो बाद दे विच अष्टपदी की लिखी गई है। तो इस प्रकार जिहड़ी हैगी है बाणी संपूर्ण एक प्रबंध काव्य है और शाहकार रचना जिहड़ी ओह सिखिज्म दे विच मन्नी जाती है। सुखमनी साहब किस राग विच है? राग मल्हार है, सूही है, आसा है जां गौड़ी है? तो ये मैं पहले ही दसता है, पहले क्वेश्चन के ही जो सुखमनी साहब है गौड़ी राग विच हैगा, ये तुसीं याद रखना है। इहो जे क्वेश्चन ज़्यादा आउंदे हुंदे ने नैट दे विच, तकरीबन बहुत वारी इहो जे क्वेश्चन आए हैगे ना। गुरु अर्जन देव जी ने किन्नियां वारां दी रचना की? तो गुरु अर्जन देव जी ने जिहड़ी हैगी आ ओह 6 वारां दी रचना की है। तो एक ये गुरु ग्रंथ साहब दे विच टोटल 22 वारां ने, जिन्हां विचों 3 गुरु नानक साहब दियां ने पहले पातशाह दियां, 3 उस तो बाद दे विच 4 जिहड़ियां ने तीजे पातशाह दियां, 8 जिहड़ियां हैगियां ने ओह चौथियां दियां और 6 जिहड़ियां हैगियां ओह अपने हैगे ने पंजवें पातशाह दियां। तो एक सत्ते बलवंडे दी है और एक भाई मरदाने दी हैगी है। तो टोटल जिहड़ी गिणती इन्हां दी ओह 22 बन जाती हैगी है। जिहड़ी सत्ते बलवंडे की वार हैगी है और मरदाने की इहनूं डूम की वार आख्या गया, गुरबाणी दे विच इहनूं डूम की वार कहा गया हैगा। गुरु अर्जन देव जी ने किस बादशाह ने शहीद करवाया सी? तो इत्थे 4 ऑप्शनस ने साडे कोले, अकबर ने जां बाबर ने जां जहांगीर ने जां औरंगजेब ने। ते आंसर जिहड़ा हैगा इह साडा तीजा बनदा, यह हैगा जहांगीर। जहांगीर ने शहीद करवाया सी। वो ना स्पष्ट रूप दे विच उहदी जहांगीर दी आटोबायोग्राफी है जिहदा नाम है तुज़के जहांगीरी। तुज़के जहांगीरी फारसी दे विच है ये। इहदे विच इहने स्पष्ट दस्सिया है कि गोइंदवाल नामक कस्बे दे कोल विच ब्यास दरिया के किनारे अर्जन नामक एक हिंदू रहिंदा है, जिसने पीर दा जां शेख दा भेस लिबास धारण किया होया है। कुछ समय तो मेरे मन दे विच ये जिग्यासा है कि मैं उसकी जिहड़ी झूठ की दुकान है, कहंदा वो कई पीढ़ियां तो चली आ रही है। सिखिज्म नूं झूठ की दुकान लिखदा है। तो मेरे कई समय तो जिहड़ा मेरे मन दे विच ये सवाल उठदा है कि मैं इस दुकान नूं जां तां बंद कर दियां ते जां फिर इस्लाम दे विच लै आवां। इस गल दे नाल वो अपनी जिहड़ी मनशा नूं उत्थे ज़ाहिर करदा है। गुरु साहब की शहीदी के 2 रीजन बनते हैं तुझके जहांगीरी दे विच। एक तो है कि जहांगीर का जिहड़ा शहजादा है अमीर खुसरो, खुसरो जिहड़ा हैगा है उसने जहांगीर विरुद्ध बगावत करके गुरु साहब की शरण लई है। इहदा पोलिटिकल जिहड़ा रीजन है वो ये है, इहदा जिहड़ा पोलिटिकल रीजन ये है कि अमीर खुसरो जो बगावत करदा आपदे प्यो दे विरुद्ध ते गुरु साहब दे कोले शरण लै लैंदा है, गुरु साहब उहदी मदद करदे ने। इहदा राजनीतिक कारण गुरु साहब की शहीदी का यह बनता हैगा जहांगीर की निगाह दे विच। और दूसरा जिहड़ा हैगा वो है धार्मिक कारण, जिहड़ा मैं तुहानूं दस चुक्या हैगा। इहदा धार्मिक कारण यह है। ते तीजा कारण जिहड़ा हैगा वो है चंदू की दुश्मनी। चंदू अपनी धी का विआह सीगा जिहड़ा वो गुरु साहब दे पुत्तर नूं करना चाहुंदा सी। गुरु साहब दे ना करन ते चंदू जिहड़ा हैगा दीवान है उस वेले दा जहांगीर दा लाहौर दा, वो गुरु साहब दे विरुद्ध जिहड़ा सी हो गया। ते चौथी जिहड़ा एक सूफी होर हैगा जिहदा नाम शेख अहमद सरहंदी है, नक्शबंदी सिलसिले का मोढी है, वो भी गुरु साहब दे विरुद्ध जिहड़ा हैगा जहांगीर दे कोल उहदे कन्न भरदा है। और चौथी रीजन जिहड़ा हैगा ये बन जाता है। ते पंजवां रीजन हैगा खुद गुरु अर्जन देव जी दे जिहड़े वड्डे भराता ने पिरथी चंद जिहड़ा हैगा वो भी गुरु साहब का विरोध करता है और अपने आप नूं गुरगद्दी का वारस मनदा हैगा। तो इन्हां कारणों करके जिहड़ा हैगा गुरु साहब नूं अपनी शहादत देनी पई। इहदे विच सब तो वड्डा कारण जिहड़ा हैगा, सब तो जिहड़ा प्राइमरी रीजन हैगा वो पोलिटिकली रीजन ये है कि गुरु साहब ने जिहड़ा अमीर खुसरो की उस वेले सहायता की सीगी। तो बाकी दे सारे गौण कारण ने इस जिहड़ी कारण ये जिहड़ी शहादत गुरु साहब की हुई है। गुरु तेग बहादुर जी ने किन्ने श्लोकों की रचना की? तो गुरु साहब ने 57 श्लोक लिखे ने बई, 57 श्लोकों की उन्होंने रचना की हैगी है। गुरु तेग बहादुर जी ने किन्ने शब्दों की रचना की?
तो उन्होंने जिहड़े 59 शब्द लिखे ने, 57 श्लोक ने उन्होंने टोटल, ते 59 शब्द ने। और गुरु गोबिंद सिंह जी महाराज ने जिहड़े ये उन्हां दी बाणी सी भाई मनी सिंह कोलों दमदमे साहब वाली बीड़ दे विच ओह लिखवाई सी। गुरु तेग बहादुर जी ने कुल किन्ने रागां विच बाणी जिहड़ी ओह रची हैगी है, तो इत्थे जिहड़ा हैगा है गुरु तेग बहादुर जी की टोटल बाणी 16 रागां दे विच मिलदी है। ये 17 वाला ऑप्शन हैगा जिहड़ा गुरु अमरदास जी ने लिखी है, 18 च किसी ने लिखी नहीं, तो 19 रागां दे विच गुरु नानक साहब ने लिखी हैगी है। गुरु ग्रंथ साहब विच किन्ने महापुरखां दी बाणी दर्ज है, तो गुरु ग्रंथ साहब दे विच टोटल 36 महापुरखां दी बाणी दर्ज है, जिहदे विच 6 गुरु ने, 6 गुरु साहब, उस तो बाद दे विच 11 भट्ट, 15 भगत ते 4 गुरु घर दे श्रद्धालु। टोटल जिहड़ी गिणती हैगी आ ओह साडे कोल 36 बन जाती हैगी है। इन्नियां महापुरखां दी जिहड़ी बाणी इत्थे दर्ज है। गुरु ग्रंथ साहब विच किन्ने भगतां दी बाणी दर्ज है, ये मैं पहलां ही दस गया बई 15 भगतां दी जिहड़ी बाणी दर्ज है, अलग अलग धर्मां नूं मन्नण वालियां दी। उन्हां विचों कुछ निर्गुणवादीए ने, कुछ सरगुणवादीए भी हैगे ने। भगतां विचों सब तो वध बाणी दे करता हन, तो भगतां विचों सब तो ज़्यादा जिहड़ी बाणी है वो किहड़े भगत ने लिखी है, तो 4 साडे कोल इत्थे ऑप्शनस ने। सब तो ज़्यादा बाणी है भगत कबीर जी ने जिहड़ी हैगी है वो लिखी हैगी है। सब तो वध बाणी दे करता भगत कबीर जी हन। गुरु ग्रंथ साहब विच कुल किन्ने अंग हन, 1430 ने बई, ये याद रखना हैगा। उन्हां दे टोटल पेज ने जिहड़े अंग ने जिन्हां नूं शरधा दे नाल असीं अंग कहने हैगे आ, तो वो 1430 हैगे न। गुरु गोबिंद सिंह जी दी बाणी दर्ज है आदि ग्रंथ विच, दमदमे वाली बीड़ विच, भाई बन्नों वाली बीड़ विच जां दसम ग्रंथ विच। तो गुरु साहब की जिहड़ी बाणी है वो दसम ग्रंथ विच दर्ज है। दसम ग्रंथ के जिहड़े 1429 पन्ने ने, एक पेज घट है गुरु ग्रंथ साहब के नालों। तो जिहड़ी संपूर्ण बाणी हैगी उन्हां दी गुरु साहब की, वो दसम ग्रंथ दे विच है। पर एक चीज़ होर याद रखण योग है, गुरु ग्रंथ साहब दे विच गुरु गोबिंद सिंह की बाणी दर्ज नहीं है, पर उन्हां दीयां 3 बाणियां जिहड़ियां हैगियां वो हर रोज़ पढ़ियां जांदियां ने सवेर वेले नितनेम दे विच। एक हैगी है जाप साहब, जाप साहब, उस तो बाद चौपई ते तप प्रसाद, तप प्रसाद सवैये। ये 3 बाणियां उन्हां दीयां जिहड़ियां सवेर वेले जिहड़ियां जदों नितनेम है, जिहदे विच पहली हैगी है अपनी जपजी, ते लास्ट वाली हैगी है आनंद साहब, आनंद साहब। ये टोटल 5 बाणियां ने, इन्हां दे नाल 3 बाणियां गुरु गोबिंद सिंह जी महाराज दीयां पढ़ियां जांदियां ने। भाई गुरदास ने किन्नियां वारां दी रचना की, तो भाई गुरदास ने जिहड़ा हैगा 39 वारां दी रचना की। कई 40 वारां भी कहिंदे ने, पर मूल रूप दे विच 39 हैगियां ना। इन्हां विच गुरबाणी दे सिद्धांतां दी जिहड़ी सरल व्याख्या है, इन्हां नूं कुंजी आख्या जांदा है। जेकर तुसीं गुरु ग्रंथ साहब दे विचली ओहदी फिलोसफी नूं, ओहदी जिहड़ी गुरु साहब दी आइडियोलॉजी नूं, उन्हां दी जिहड़ी हैगी आ उन्हां दी अंतरदृष्टि नूं, जां उन्हां दी इनसाइट नूं समझना हैगा, जां उन्हां दी सोच नूं समझना हैगा, तो फिर तुहानूं पहिलां भाई गुरदास दा मुतालिआ करना आवश्यक बनता है। भाई गुरदास नूं उन्हां दी बाणी नूं पढ़ोगे, समझोगे, तो फिर ही तुसीं गुरु ग्रंथ साहब विचली जिहड़ी विचारधारा उहनूं समझ सकदे जे। गुरु गोबिंद सिंह दियां गलत है, पंजाबी विच रचनावां हन चरित्रोपख्यान ते राम अवतार। ये राम अवतार दरअसल संधि करके लिखा गया, इत्थे राम अवतार है इहदा नाम, जिहड़ा आड़े दी आवाज़ दिंदा कन्ना है। चरित्रोपख्यान ते राम अवतार, कृष्ण अवतार ते अकाल उस्तत, जाप साहब ते तप प्रसाद सवैये, और चंडी दी वार ते मित्र प्यारे नूं। तो जिहड़ियां उपरलियां 3 ऑप्शनस ने, 6 बाणियां ने, ये सारे दियां सारियां जिहड़ियां ब्रिज भाषा दे विच, ब्रिज भाषा और संत भाषा नाल नाल फारसी दे टच वालियां ने, फारसी पबलिक संस्कृत टच वालियां हैगियां ने। जिहड़ियां उपरलियां तिन्नां दे विच तुहानूं पंजाबी, हालांकि इहदी जिहड़ी तुसीं स्क्रिप्ट तां ओह गुरमुखी ही है हुण जदों तुसीं पढ़दे हो, पर जिहड़ी चंडी दी वार है
ਔਰ ਉਹਨਾਂ ਦਾ ਸ਼ਬਦ ਹੈ ਮਿੱਤਰ ਪਿਆਰੇ ਨੂੰ। ਮਿੱਤਰ ਪਿਆਰੇ ਨੂੰ ਇਹਨਾਂ ਨੇ ਉਦੋਂ ਸ਼ਬਦ ਗੁਰੂ ਸਾਹਿਬ ਨੇ ਲਿਖਿਆ ਸੀਗਾ ਜਦੋਂ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਛੱਡ ਕੇ ਜਿਹੜਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਉਹ ਲੰਘਦੇ ਹੋਏ ਜਿਹੜਾ ਹੈਗਾ ਰਾਏਕੋਟ ਨੂੰ ਆਏ ਨੇ, ਉਸ ਵੇਲੇ ਉਹਨਾਂ ਨੇ ਉਚਾਰਿਆ ਸੀਗਾ। ਔਰ ਚੰਡੀ ਦੀ ਵਾਰ ਜਿਹੜਾ ਹੈ ਮਾਰਕੰਡੇ ਪ੍ਰਾਣ ਦੇ ਵਿੱਚੋਂ ਦੁਰਗਾ ਸਪਤਸਤੀ ਦੇ ਪਾਠ ਦੀ ਟਰਾਂਸਫਰਮੇਸ਼ਨ ਹੈ ਪੰਜਾਬੀ ਦੇ ਵਿੱਚ, ਰੂਪਾਂਤਰਣ ਹੈ। ਤੋ ਇਹ ਦੋਨੇ ਮਿਲਦੇ ਹੈਗੇ ਨੇ ਪੰਜਾਬੀ 'ਚ। ਬਾਕੀ ਗੁਰੂ ਸਾਹਿਬ ਦੀ ਸਗਲੀ ਜਿਹੜੀ ਬਾਣੀ ਹੈ ਉਹ ਬ੍ਰਿਜ ਭਾਸ਼ਾ ਦੇ ਵਿੱਚ, ਫਾਰਸੀ ਦੇ ਵਿੱਚ ਜਾਂ ਸੰਸਕ੍ਰਿਤ ਟੱਚ ਵਾਲੀ ਹੈਗੀ ਆ। ਇਸ ਕਰਕੇ ਦੋ ਹੀ ਤੁਸੀਂ ਜਿਹੜੇ ਜਿੰਨੀ ਵੀ ਗੁਰੂ ਸਾਹਿਬ ਨੇ, ਮੈਂ ਤੁਹਾਨੂੰ ਦੱਸਿਆ ਕਿ 1429 ਪੰਨਿਆਂ ਦੇ ਵਿੱਚ ਜਿਹੜਾ ਗ੍ਰੰਥ ਲਿਖਿਆ ਹੈਗਾ ਦਸਮ ਗ੍ਰੰਥ, ਉਹਦੇ ਵਿੱਚੋਂ ਜਸਟ 2 ਬਾਣੀਆਂ ਜਿਹੜੀਆਂ ਨੇ ਉਹ ਪੰਜਾਬੀ ਵਿੱਚ ਮਿਲਦੀਆਂ ਨੇ, ਬਾਕੀ ਸਾਰੀ ਦੀ ਜ਼ੁਬਾਨ ਜਿਹੜੀ ਉਹ ਪੰਜਾਬੀ ਨਹੀਂ ਹੈਗੀ। ਜ਼ਫਰਨਾਮਾ ਸ਼ਾਹਕਾਰ ਹੈ। ਜ਼ਫਰਨਾਮਾ ਮੂਲ ਰੂਪ ਦੇ ਵਿੱਚ ਫਾਰਸੀ ਦਾ ਲਫ਼ਜ਼ ਹੈ ਜ਼ਫਰਨਾਮਾ, ਜ਼ਫਰਨਾਮਾ ਜਿਹਦਾ ਅਰਥ ਹੁੰਦਾ ਜਿੱਤ ਦੀ ਚਿੱਠੀ, ਜਿੱਤ ਦੀ ਚਿੱਠੀ। ਜ਼ਫਰ ਦਾ ਅਰਥ ਹੁੰਦਾ ਚਿੱਠੀ, ਆ ਜਿਹੜਾ ਉੱਪਰਲਾ ਜ਼ਫਰ ਰਹਿ ਗਿਆ ਇਹਦਾ ਅਰਥ ਹੈ ਚਿੱਠੀ, ਤੇ ਨਾਮਾ ਦਾ ਅਰਥ ਹੁੰਦਾ ਹੈ ਜ਼ਫਰ ਹੁੰਦੀ ਜਿੱਤ, ਜਿੱਤ, ਤੇ ਨਾਮਾ ਹੁੰਦੀ ਹੈ ਚਿੱਠੀ। ਚਿੱਠੀ ਜਾਂ ਕੋਈ ਵੀ ਤੁਸੀਂ ਪਰਵਾਨਾ ਕਹਿ ਲਓ ਜਾਂ ਕੋਈ ਵੀ ਚੀਜ਼ ਕਹਿ ਲਓ ਤੋ ਜਿੱਤ ਦੀ ਚਿੱਠੀ। ਔਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਹੈਗਾ ਹੈ ਇਹ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਸੀਗਾ 1706 ਦੇ ਵਿੱਚ ਦੀਨਾ ਕਾਂਗੜ ਸਥਾਨ ਤੋਂ, ਜ਼ਿਲ੍ਹਾ ਮੋਗੇ ਤੋਂ, ਦੀਨਾ ਕਾਂਗੜ ਜ਼ਿਲ੍ਹਾ ਮੋਗਾ ਤੋਂ ਇਹ ਚਿੱਠੀ ਲਿਖੀ ਸੀ ਗੁਰੂ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਨੂੰ। ਕਹਿੰਦੇ ਕਿ ਇਸ ਨੂੰ ਪੜ੍ਹ ਕੇ ਔਰੰਗਜ਼ੇਬ ਕਦੇ ਬਾਅਦ ਦੇ ਵਿੱਚ ਤੰਦਰੁਸਤ ਰਹਿ ਹੀ ਨਹੀਂ ਸਕਿਆ, ਤੇ ਇਹ ਚਿੱਠੀ ਪੜ੍ਹਦਿਆਂ ਉਹਦੀ ਜਿਹੜੀ ਬੇਟੀ ਸੀਗੀ ਜੇਬ-ਉਨ-ਨਿਸਾ ਜੀਨਤ ਅਲ ਸ਼ੇਖ, ਉਹ ਚਿੱਠੀ ਉਹਨੇ ਪੜ੍ਹ ਲਈ ਸੀ, ਸੁਣ ਲਈ ਸੀ। ਉਹਨੇ ਆਪਣੇ ਪਿਤਾ ਨੂੰ ਕਾਫੀ ਲਾਹਨਤਾਂ ਪਾਈਆਂ ਕਿਹਾ ਜਾਂਦਾ ਹੈ ਚਿੱਠੀ ਨੂੰ ਸੁਣ ਕੇ। ਇਹਦੇ ਵਿੱਚ ਗੁਰੂ ਸਾਹਿਬ ਨੇ ਸਾਰੀ ਆਪਣੀ ਜਿਹੜੀ ਸੀਗੀ ਧੋਖਾ ਕਰਨ ਦੀ, ਪਹਾੜੀ ਰਾਜਿਆਂ ਦੁਆਰਾ ਧੋਖਾ ਹੋਣ ਦੀ, ਬਾਦਸ਼ਾਹ ਦੁਆਰਾ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਜਾਣ ਦੀ ਸਾਰੀ ਤਵਾਰੀਖ ਨੂੰ, ਔਰ ਬੱਚਿਆਂ ਦੀ ਸ਼ਹਾਦਤ ਨੂੰ, ਮਾਤਾ ਦੀ ਸ਼ਹਾਦਤ ਨੂੰ, ਹਰੇਕ ਚੀਜ਼ ਨੂੰ ਗੁਰੂ ਸਾਹਿਬ ਨੇ ਬੜੀ ਬਾਰੀਕੀ ਦੇ ਨਾਲ ਬਾਦਸ਼ਾਹ ਨੂੰ ਜਿਹੜਾ ਦੱਸਿਆ ਸੀ ਉੱਥੇ। ਤੋ ਇਸ ਕਰਕੇ ਜਿਹੜਾ ਹੈਗਾ ਬਾਦਸ਼ਾਹ ਇਹ ਪੜ੍ਹ ਕੇ ਥੋੜੇ ਸਮੇਂ ਬਾਅਦ ਹੀ ਜਿਹੜਾ ਕਾਲਵਸ ਹੋ ਗਿਆ ਸੀ। ਔਰ ਬੜੀ ਸ਼ਾਹਕਾਰ ਉਮਦਾ ਰਚਨਾ ਹੈਗੀ ਹੈ ਫਾਰਸੀ ਦੇ ਵਿੱਚ। ਇੱਕ ਬੜੀ ਪ੍ਰਾਊਡ ਦੀ ਗੱਲ ਹੋਰ ਹੈ ਕਿ ਈਰਾਨ ਦੀ ਇੱਕ ਯੂਨੀਵਰਸਿਟੀ ਹੈ ਕੁਮ ਯੂਨੀਵਰਸਿਟੀ, ਈਰਾਨ ਦੇ ਵਿੱਚ ਕੁਮ ਯੂਨੀਵਰਸਿਟੀ ਹੈ, ਕੁਮ ਈਰਾਨ ਦੀ ਯੂਨੀਵਰਸਿਟੀ ਹੈ। ਔਰ ਇੱਕ ਯੂਨੀਵਰਸਿਟੀ ਹੈ ਰਿਆਦ ਸਾਊਦੀ ਅਰਬ ਦੀ, ਇਹ ਸਾਊਦੀ ਅਰਬ ਦੀ ਹੈ। ਇਹਨਾਂ ਦੋਨਾਂ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਹੈ, ਇੱਕ ਤਾਂ ਜ਼ਫਰਨਾਮਾ, ਤੇ ਦੂਸਰਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈਗੀ ਹੈ ਜਾਪ ਸਾਹਿਬ। ਜਿਹੜੀ ਜਾਪ ਸਾਹਿਬ ਹੈ ਉਹਦੀ ਟਰਾਂਸਲੇਸ਼ਨ ਹੈ ਫਾਰਸੀ ਦੇ ਵਿੱਚ ਸਰੋਦ ਏ ਸਹਿਰ, ਸਰੋਦ ਏ ਮੁਕੱਦਸ, ਮੁਕੱਦਸ ਕਿਹੜੀ ਹੈ? ਸਰੋਦ ਏ ਮੁਕੱਦਸ। ਇਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਆਨਰਸ ਦੀਆਂ ਕਲਾਸਾਂ ਦੇ ਵਿੱਚ। ਹੁਣ ਇਸ ਟਾਈਮ ਇਹ ਜਿਹੜੀਆਂ ਗੁਰੂ ਸਾਹਿਬ ਦੀਆਂ ਰਚਨਾਵਾਂ ਨੇ, ਫਰਦੋਸੀ ਦੇ ਸ਼ਾਹਨਾਮੇ ਤੋਂ ਦੂਜੀ ਥਾਂ ਤੇ ਜਿਹੜਾ ਜ਼ਫਰਨਾਮੇ ਨੂੰ ਰੱਖਿਆ ਜਾਂਦਾ ਹੈ। ਪ੍ਰਥਮ ਜਿਹੜੀ ਰਚਨਾ ਹੈ ਉਹ ਫਰਦੋਸੀ ਦਾ ਸ਼ਾਹਨਾਮਾ ਹੈ, ਉੱਚ ਕੋਟੀ ਦੀ ਕਲਾਸੀਕਲ ਪਰਸ਼ੀਅਨ ਦੀ ਉਹ ਇੱਕ ਕਿਰਤ ਹੈ। ਤੇ ਜਿਹੜੀ ਤਰਜ਼ ਆਪਣੇ ਦੀ ਫਰਦੋਸੀ ਨੇ ਵਰਤੀ ਹੈ, ਗੁਰੂ ਸਾਹਿਬ ਨੇ ਵੀ ਉਸੇ ਤਰਜ਼ ਦੇ ਉੱਪਰ ਆਪਣਾ ਜ਼ਫਰਨਾਮਾ ਲਿਖਿਆ ਹੈਗਾ। ਗੁਰਪ੍ਰਤਾਪ ਸੂਰਜ ਦਾ ਕਰਤਾ ਹੈ, ਇਹ ਗ੍ਰੰਥ ਹੈ ਬਈ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ। ਇਹ ਗ੍ਰੰਥ ਹੈ, ਦੇ 2 ਭਾਗ ਨੇ ਔਰ ਇਹਦੇ ਵਿੱਚ 51 ਅੰਸ਼ਾਂ ਨੇ ਔਰ 73 ਰਾਸਾਂ ਨੇ ਟੋਟਲ। ਇਹ ਗ੍ਰੰਥ ਦੇ 2 ਭਾਗ ਨੇ। ਜਿਹੜਾ ਪਹਿਲਾ ਭਾਗ ਹੈ ਉਹਨੂੰ ਕਹਿੰਦੇ ਨੇ ਨਾਨਕ ਪ੍ਰਕਾਸ਼, ਨਾਨਕ ਪ੍ਰਕਾਸ਼ ਇਹ ਪਹਿਲਾ ਭਾਗ ਹੈ, ਕੇਵਲ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਹੀ ਸੰਬੰਧਿਤ ਹੈ। ਔਰ ਉਸ ਤੋਂ ਬਾਅਦ ਦਾ ਜਿਹੜਾ ਦੂਜਾ ਭਾਗ ਹੈ ਉਹਨੂੰ ਕਹਿੰਦੇ ਨੇ ਗੁਰਪ੍ਰਤਾਪ, ਗੁਰਪ੍ਰਤਾਪ ਸੂਰਜ। ਇਹ ਦੂਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਿੰਨਾ ਵੀ ਉਹਨਾਂ ਦਾ ਵਿਵਰਣ ਹੈਗਾ, ਜੀਵਨ ਹੈ, ਉਹਨੂੰ ਇਹਦੇ ਵਿੱਚ ਬਿਆਨ ਕੀਤਾ ਗਿਆ ਹੈ। ਔਰ ਇਹਦਾ ਲੇਖਕ ਜਿਹੜਾ ਹੈਗਾ ਉਹ ਭਾਈ ਸੰਤੋਖ ਸਿੰਘ ਹੈ। ਇਹ ਜੀਂਦ ਦੇ ਰਾਜੇ ਦਾ ਦਰਬਾਰੀ ਕਵੀ ਸੀ, ਮਹਾਰਾਜਾ ਗਜੇਂਦਰ ਸਿੰਘ ਦਾ, ਮਹਾਰਾਜਾ ਗਜੇਂਦਰ ਸਿੰਘ ਦਾ ਦਰਬਾਰੀ ਕਵੀ ਸੀ। 1822 ਦੇ ਵਿੱਚ ਜਿਹੜਾ ਹੈਗਾ ਇਹ ਹੋਇਆ ਹੈ।
ਔਰ ਇਸ ਨੇ ਜਿਹੜਾ ਹੈਗਾ ਜੀਂਦ ਦੇ ਵਿੱਚ ਰਹਿੰਦਿਆਂ ਜਿਹੜਾ ਹੈਗਾ ਇਹ ਗ੍ਰੰਥ ਸੰਤੋਖ ਸਿੰਘ ਨੇ ਲਿਖਿਆ ਹੈਗਾ। ਮਹਿਮਾ ਪ੍ਰਕਾਸ਼ ਦਾ ਕਰਤਾ ਹੈ, तो महिमा प्रकाश का जिहड़ा करता है ਉਹਦਾ नाम है ਸਰੂਪਦਾਸ ਭੱਲਾ। ਇਹ गुरु अपने भाई गुरदास दे रिलेटिव सी, कजन सीगा जिहड़ा ਸਰੂਪਦਾਸ ਭੱਲਾ सीगा, ते ਇਹ गुरु साहब का भतीजा सी, तीजे पातशाह का गुरु अपने अमरदास जी महाराज का भतीजा सीगा। ਇਹਦੇ ਵਿੱਚ थोड़ा जिहा बड़ी थोड़ा नहीं बहुती कंट्रोवर्सी हैगी आ। ਇਹਦੇ ਵਿੱਚ पता की है किड्डा नर्थ मारदा हैगा ਇਹ महिमा प्रकाश ਦੇ ਵਿੱਚ। ਇਹ गुरु अर्जन देव जी महाराज नूं ਜਿਹੜਾ अर्जन होया है पांडवां दा, कुंती पुत्र अर्जन महाभारत के युद्ध दे विच जिहड़ा लड़दा हैगा भीम दा भराता द्रौपदी नूं जितण वाला, ये गुरु अर्जन देव जी नूं अर्जन दा अवतार कहंदा हैगा। इस ग्रंथ दे विच इसने हिंदुत्व नूं जिहड़ा प्रमोट कीता हैगा इत्थे इस बंदे ने। कह लो कि खाम जां फिर इहो जिहियां गल्लां लिखियां जिहड़ियां कि सिखिज़म दे विच जिहड़ियां जिक्र काबिले जिक्र नहीं हैगियां। ਬੰਸਾਵਲੀ ਨਾਮੇ ਦਾ ਕਰਤਾ है, तो ਬੰਸਾਵਲੀ नामा जिहड़ा हैगा वो केसर सिंह छिब्बर की रचना है। वो किहदी रचना है? केसर सिंह छिब्बर की रचना है। नेक्स्ट है तवारीख गुरु खालसा दा लेखक है ज्ञानी हीरा सिंह दर्द, ज्ञानी ज्ञान सिंह, भाई मनी सिंह जां भाई वीर सिंह। तो इहदा करता जिहड़ा हैगा इहदे 2 वॉल्यूम ने, पंजाबी दे विच हुण सोध के छापिया भाषा विभाग पटियाले ने। तो इहदा जिहड़ा ज्ञानी ज्ञान सिंह की किताब है तवारीख गुरु खालसा, बड़े मोटे मोटे इहदे 2 वॉल्यूम्स ने, 1 नंबर ते 2 नंबर भाषा विभाग ने छापिया हैगा। और संपादक जिहड़े हैगे ने वो हैगे ने एस करुणा राजू, IAS ऑफिसर हैगा, उहने ये जिहड़ा एडिट करके किताब छापी हैगी है भाषा विभाग वालों। सिखां दी भगतमाला दा करता है, तो सिखां दी भगतमाला जिहड़ी हैगी आ वो भाई गुरदास दी 11वीं वार ते आधारित है, 11वीं वार ते आधारित है। और इहदा जिहड़ा करता है वो भाई मनी सिंह है, भाई मनी सिंह की किताब है। प्राचीन पंथ प्रकाश का लेखक है, तो प्राचीन पंथ प्रकाश जिहड़ी हैगी है रतन सिंह भंगू की किताब है। ये महताब सिंह सीगा जिहड़ा, महताब सिंह मीराकोट वाला, मीराकोटिया। ये महताब सिंह मीराकोटिया वो सी जिहड़ा हरमंदर साहब दे विचों मस्से रंगड़ दा सिर वढ़ के ले जांदा बीकानेर। ये उहदा पोतरा है रतन सिंह भंगू, उहदी किताब है ये प्राचीन पंथ प्रकाश, जिहदे विच कहंदा कि जकरिया खान दे कहण ते जिहड़ा मैं सिख इतिहास लिखिया हैगा। तो ब्रिज भाषा दे विच लिखी गई किताब है ये, तो ये रतन सिंह भंगू दी है। और लास्ट ते हैगी है साडे कोले सिख इतिहास दे सोमे, 5 जिल्दां, 5 वॉल्यूम्स ने इस किताब दे। किहड़ी किहदी किताब है? तो इहदे विच 4 इतिहासकार बंदे हैगे ने, ज्ञानी हीरा सिंह दर्द, डॉक्टर गंडा सिंह, डॉक्टर पतवंत सिंह जां ज्ञानी सोहण सिंह शीतल। तो जिहड़ी एक सिख इतिहास दे सोमे जिहड़े मैं तुहानूं दस्से हैगे ने, गुरप्रताप सूरज ग्रंथ, महिमा प्रकाश, बंसावली नामा, रहतनामे, तवारीख गुरु खालसा, पंथ प्रकाश। उस तो बाद दे विच अपना एक होर अकाली कौर सिंह की किताब हैगी आ, मेरे वो स्किप हो गई हुण माइंड दे विचों, मैं पहला बोल के गया सीगा। वो गुरु साहब दे नाल संदर्भगत हैगी है 6वें पातशाह दे नाल। तो अकाली कौर सिंह उहदा करता, वो किताब नूं लै करके इन्हां सारियां किताबां दे उत्ते वृत्ति लिखी गई हैगी आ, इन्हां ते भाषा लिखिया गया सुखैन पंजाबी दे विच। और इहदा लेखक हैगा जिहड़ा है वो ज्ञानी सोहण सिंह शीतल है। तो इस प्रकार जिहड़ा हैगा ये साडे जिहड़ा हैगा 5 जिल्दां दे विच पूरी सिख दा जिहड़ा सिखिज़म दा लिटरेचर हैगा और उहदा जिहड़ी हिस्टरी है, हिस्टरी ऑफ सिखिज़म, उहनूं एक्सप्लेन किया गया है। तो इहदे नाल ही साडा जिहड़ा समा हुण समाप्त है। तो कल नूं असीं फेर डिस्कस करांगे कोई 20-50 क्वेश्चन लैके इसे संदर्भ दे विच। तद तक लई धन्नवाद।